ਥੋੜੇ ਨਹੀਂ ਬੜੇ ਸਾਰੇ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਦਾ ਮਾਂ ਬੋਲੀ ਨਾਲ ਸਨੇਹ ਨਹੀਂ, ਪਰ ਖਬਰਾਂ ਵਿੱਚ ਜੰਮੇ ਰਹਿਣ ਲਈ ਉਹ ਬਿਆਨਬਾਜ਼ੀ ਅਕਸਰ ਦਾਗਦੇ ਰਹਿੰਦੇ ਆ ਤੇ ਧਰਨਿਆਂ ਵਿੱਚ ਮੂਹਰੇ ਹੋ ਕੇ ਨਾਅਰੇ ਵੀ ਮਾਰਦੇ ਨੇ। ਬਿਰਲੇ ਟਾਵੇਂ ਅਜਿਹੇ ਹੋਣਗੇ ਜਿਹੜੇ ਭਾਈ ਵੀਰ ਸਿੰਘ ਦੀ ਕਵਿਤਾ 'ਤੇ ਵਿਸ਼ਵਾਸ ਰੱਖਦੇ ਹੋਣਗੇ, ਮੇਰੀ ਛੁਪੇ ਰਹਿਣ ਦੀ ਚਾਹ ਤੇ ਛੁਪ ਤੁਰ ਜਾਣ ਦੀ ਹਾਏ ਪੂਰੀ ਹੁੰਦੀ ਨਾ ਮੈਂ ਤਰਲੇ ਲੈ ਰਿਹਾ। ਬਿਰਲੇ ਟਾਵੇਂ ਅਜਿਹੇ ਵੀ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਪੰਜਾਬੀ ਮਾਂ ਬੋਲੀ, ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਸਾਹਿਤ ਦੇ ਨਾਂ ਲਾਈ ਹੋਈ ਹੈ। ਇੱਕ ਅਜਿਹੀ ਸ਼ਖਸੀਅਤ ਨਾਲ ਤੁਹਾਡਾ ਅਸੀਂ ਅੱਜ ਤੁਰਫ ਕਰਾਵਾਂਗੇ ਜਿਨ੍ਹਾਂ ਦਾ ਨਾਂ ਹੈ ਪ੍ਰੋਫੈਸਰ ਧਨੇਰਵਰ। ਪ੍ਰੋਫੈਸਰ ਧਨੇਰਵਰ ਜਿਨ੍ਹਾਂ ਨੂੰ ਮੈਂ ਅੱਖੜੀ ਬੋਲੀ 'ਚ ਕਹਦਾ ਕਿ ਗੈਰ ਪੰਜਾਬੀ ਨੇ, ਪਰ ਲੱਗਦਾ ਇੰਝ ਹੈ ਕਿ ਪੰਜਾਬੀ ਪ੍ਰਤੀ ਜਿਵੇਂ ਉਹਨਾਂ ਦਾ ਮੋਹ ਆ ਕਿ ਜਿਵੇਂ ਉਹ ਪੰਜਾਬੀਆਂ ਨਾਲੋਂ ਵੀ ਵੱਧ ਤੇ ਰੱਖਦੇ ਆ, ਪੰਜਾਬੀਆਂ ਨਾਲੋਂ ਵੱਧ ਉਹਨਾਂ ਦੇ ਮਨ ਵਿੱਚ ਜਿਹੜਾ ਪੰਜਾਬੀ ਮਾਂ ਬੋਲੀ ਸੱਭਿਆਚਾਰ ਕਲਚਰ ਲਈ ਜਿਹੜਾ ਉਹ ਦਰਦ ਆ। ਸੋ ਟੋਟਲ ਪੰਜਾਬੀ ਸੱਭਿਆਚਾਰ, ਪੰਜਾਬੀ ਸਾਹਿਤ, ਪੰਜਾਬੀ ਕਲਚਰ ਨਾਲ ਇਹ ਨੇੜੇ ਤੋਂ ਜੁੜੇ ਹੋਏ ਆ। ਅਸੀਂ ਪੰਜਾਬੀ ਸਾਹਿਤ ਕਲਚਰ, ਗਨ ਕਲਚਰ ਦੀ ਜਿਹੜੀ ਅੰਦਰਲੀ ਧੁਰ ਦੀ ਗੱਲ ਆ ਜਾਣਨ ਲਈ ਅੱਜ ਅਸੀਂ ਉਹਨਾਂ ਨੂੰ ਆਪਣੇ ਦਫ਼ਤਰ ਸੱਦਾ ਦਿੱਤਾ। ਪ੍ਰੋਫੈਸਰ ਧਨੇਰਵਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਸਰ, ਬਹੁਤ ਬਹੁਤ ਧੰਨਵਾਦ ਤੁਹਾਡਾ, ਸ਼ੁਕਰੀਆ, ਮਿਹਰਬਾਨੀ। ਪਿਆਰੇ ਦਰਸ਼ਕੋ, ਤੁਹਾਨੂੰ ਵੀ ਸਾਡੇ ਰੋਜ਼ਾਨਾ ਦੇ ਸ਼ੋਅ ਵਿੱਚ ਜੀ ਆਇਆਂ। ਕਮਲਜੀਤ ਸਿੰਘ ਬਨਵੈਤ ਰੈਜ਼ੀਡੈਂਟ ਇੰਟਰਲੀਟਰ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਕਰਨਾ। ਪ੍ਰੋਫੈਸਰ ਸਾਹਿਬ, ਸਿੱਧੂ ਮੂਸੇਵਾਲੇ ਦਾ ਕਤਲ ਹੋਇਆ, ਕਈ ਸਾਰੇ ਗਾਇਕਾਂ ਦਾ ਨਾਂ ਬੋਲਦਾ ਵਿੱਚ। ਪਿਛਲੇ ਦਿਨੀ 2 ਗਾਇਕਾਂ ਨੂੰ ਪੁੱਛਗਿੱਛ ਲਈ ਬੁਲਾਇਆ ਵੀ ਗਿਆ। ਤੁਸੀਂ ਗਾਇਕਾਂ ਦੀ ਤਸਵੀਰ ਨੇੜਿਓਂ ਜਾਣਦੇ ਹੋ, ਤੁਹਾਨੂੰ ਕੀ ਲੱਗਦਾ ਕਿ ਜਿਹੜੀ ਇਹ ਸੱਚਾਈ ਆ ਕਿ ਇਹ ਐਵੇਂ ਜਿਹੜਾ ਸਿਰਫ ਇੱਕ ਓਪਰੀ ਜਿਹੜੀ ਆ ਇਲਜ਼ਾਮਬਾਜ਼ੀ ਜਾਂ ਨਾਟਕ ਜਾਂ ਡਰਾਮਾ ਆ? ਤੁਹਾਨੂੰ ਕੀ ਲੱਗਦਾ ਜਿਵੇਂ ਤੁਸੀਂ ਨੇੜਿਓਂ ਜਾਣਦੇ ਹੋ? ਸਭ ਤੋਂ ਪਹਿਲਾ ਪਵਿੱਤਰ ਪੰਜਾਬੀ ਭਾਸ਼ਾ ਬੋਲਣ ਵਾਲੇ ਨੂੰ ਮੇਰਾ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਵਣਕਮ। ਦੇਖੋ ਜੀ, ਸੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ एक पंजाबी गबरू, होनहार पंजाबी गबरू ਅਸੀਂ ਖੋ ਬੈਠੇ ਹਾਂ। ਜੀ ਜੀ। ਉਹਨਾਂ ਦਾ ਆਵਾਜ਼ ਬੁਲੰਦ ਆਵਾਜ਼ ਸੀਗਾ। ਜੀ ਜੀ। ਉਹ ਬੰਦਾ ਸਿੰਘ ਬਹਾਦਰ ਦੀ ਵਾਰਾ ਸੁਣਾਉਣ ਦੀ ਆਵਾਜ਼ ਸੀਗਾ। ਜੀ ਜੀ। ਬਾਬਾ ਨਾਨਕ ਦੀ ਵਡਿਆਈ ਕਰਨ ਦੀ ਆਵਾਜ਼। ਪਰ ਉਹਨਾਂ ਨੇ ਕੁਝ ਗਲਤ ਗਾਣੇ ਗਾਉਣ ਕਾਰਨ ਬਹੁਤ ਵਿਵਾਦ ਵਿੱਚ ਫਸ ਚੁੱਕੇ ਸਨ। ਜੀ ਜੀ। ਉਹਨਾਂ ਦੀ ਹੁਨਰ ਨੂੰ ਪਹਿਚਾਨ ਕੇ ਮੈਂ 2018 ਦੇ ਵਿੱਚ ਉਹਨਾਂ ਦੇ ਘਰ ਜਾ ਕੇ ਮੂਸਾ ਪਿੰਡ ਜਾ ਕੇ, ਜਿੱਥੇ ਉਹ ਜੰਮਿਆ, ਉਸ ਪਿੰਡ ਦੇ ਉਸ ਵਿਹੜੇ ਵਿੱਚ ਜਾ ਕੇ ਉਸ ਮਾਂ ਦੇ ਸਾਹਮਣੇ ਮੈਂ ਸਰ ਝੁਕ ਕੇ ਬੇਨਤੀ ਕੀਤੀ ਸੀ ਕਿ ਤੁਹਾਡੇ ਬੱਚੇ ਦੀ ਆਵਾਜ਼ ਬੰਦਾ ਸਿੰਘ ਬਹਾਦਰ ਦੀ ਆਵਾਜ਼ ਸੁਣਾਉਣ ਦੀ ਆਵਾਜ਼, ਵਾਰਾ ਸੁਣਾਉਣ ਦੀ ਆਵਾਜ਼ ਹੈ, ਬਾਬਾ ਨਾਨਕ ਦੀ ਗੀਤ ਗਾਉਣ ਦੀ ਆਵਾਜ਼ ਹੈ, ਇਹਨਾਂ ਨੂੰ ਸਮਝਾ ਦਿਓ। ਪਰ ਕਿਤੇ ਨਾ ਕਿਤੇ ਅਸੀਂ ਉਸ ਹੋਣਹਾਰ ਬਹਾਦਰ ਨੂੰ, ਉਹ ਹੋਣਹਾਰ ਗੱਭਰੂ ਨੂੰ ਖੋ ਬੈਠੇ। ਦੇਖੋ ਸਰ, ਤੁਹਾਡੇ ਸਵਾਲ ਦਾ ਜਵਾਬ ਮੈਂ ਬਹੁਤ ਹੀ ਨਿਮਰਤਾ ਨਾਲ ਦੱਸ ਦੇਵਾਂ ਕਿ ਜਿਹੜੇ ਵੀ ਇਸ ਦੇ ਸੰਬੰਧਿਤ ਨੇ, ਇਸ ਦੇ ਇਨਵੋਲਵਡ ਨੇ, ਇਹਦੇ ਵਿੱਚ ਉਹਨਾਂ ਦਾ ਹੱਥ ਹੈ, ਉਹਨਾਂ ਤੇ ਕਾਰਵਾਈ ਹੋਣ ਵਾਲੀ ਹੈ। ਮਾਨਯੋਗ DGP ਪੰਜਾਬ ਸਖਤ ਕਾਰਵਾਈ ਕਰ ਰਹੇ ਨੇ, ਜਾਂ NIA ਅਤੇ ਸਟੇਟ ਇਨਵੈਸਟੀਗੇਸ਼ਨ ਟੀਮ ਵੀ ਕਰ ਰਹੇ ਨੇ, ਉਹ ਕਾਰਵਾਈ ਕਰਨਗੇ। ਮੇਰਾ ਸਵਾਲ ਹੋਰ ਜੀ ਜੀ ਕਿ ਤੁਸੀਂ ਗਾਇਕਾਂ ਨੂੰ ਨੇੜਿਓਂ ਜਾਣਦੇ ਹੋ, ਉਹਨਾਂ ਦੀ ਜਿਹੜੀ ਮਨੋਵਿਗਿਆਨ ਹੈ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹੋ। ਮੈਂ ਇਹ ਪੁੱਛਦਾ ਕਿ ਕੀ ਹੋ ਸਕਦਾ ਕੰਪੀਟੀਸ਼ਨ ਦੇ ਯੁੱਗ ਵਿੱਚ ਕਿਸੇ ਸਿੰਗਰ ਨੇ ਕੋਈ ਅਜਿਹਾ ਜਿਹੜੀ ਘਿਨਾਉਣੀ ਸੋਚ ਆ ਉਹ ਸੋਚ ਲਈ ਹੋਵੇ? ये हो भी सकता है। ये तो ਇਨਕੁਆਇਰੀ ਦੀ ਪੁੱਛਗਿੱਛ ਕਰਨ ਤੋਂ ਬਾਅਦ ਪਤਾ ਚੱਲੂਗਾ। ਪਰ ਕਿਤੇ ਨਾ ਕਿਤੇ ਬਹੁਤ ਸਾਰੇ ਇੰਡਸਟਰੀ ਦੇ ਵਿੱਚ ਮੌਜੂਦ ਨੇ ਜੋ ਸਿੱਧੂ ਮੂਸੇਵਾਲੇ ਦੇ ਨਾਲ ਈਰਖਾ ਰੱਖਦੇ ਸਨ। ਇਹ ਤਾਂ ਪੱਕੀ ਗੱਲ ਹੈ। ਤੁਹਾਡਾ ਵੀ ਕਿਸੇ ਵੇਲੇ ਮੂਸੇਵਾਲੇ ਨਾਲ ਤਕਰਾਰ ਰਿਹਾ ਮੈਨੂੰ ਲੱਗਦਾ, ਜੋ ਮੈਨੂੰ ਚੇਤਾ ਯਾਦ ਹੈ? ਨਹੀਂ, ਮੇਰਾ ਤਕਰਾਰ ਕਦੇ ਵੀ ਨਹੀਂ ਹੋਇਆ ਮਹਾਰਾਜ। ਮੈਂ ਤਾਂ ਉਸ ਹੋਣਹਾਰ ਗੱਭਰੂ ਦੀ ਆਵਾਜ਼ ਨੂੰ ਪਹਿਚਾਨ ਕੇ ਮੈਂ ਉਹਨਾਂ ਨੂੰ ਚੰਗੇ ਰਾਹ ਤੇ ਲਾਉਣ ਲਈ ਕੋਸ਼ਿਸ਼ ਕੀਤੀ। ਤਕਰਾਰ ਕਦੇ ਨਹੀਂ ਹੋਇਆ। ਮੈਂ ਜਿੱਥੇ ਜਿੱਥੇ ਗਿਆ ਉਹਨਾਂ ਦੇ ਸਰ ਤੇ ਉਹਨਾਂ ਦੇ ਨਾਮ ਬੋਰਡ ਤੇ ਰੱਖ ਕੇ ਬਾਬਾ ਨਾਨਕ ਦੀ ਬਾਣੀ ਗਾਓ, ਸਾਰੇ ਪਾਪ ਧੋ ਲੈਣਗੇ, ਇਹੋ ਜਿਹਾ ਮੈਂ ਉਹਨਾਂ ਨੂੰ ਇੱਕ ਟੀਚਰ ਹੋਣ ਦੇ ਕਾਰਨ ਉਹਨਾਂ ਨੂੰ ਸਹੀ ਰਾਹ ਤੇ ਲਾਉਣ ਲਈ ਮੈਂ ਕੋਸ਼ਿਸ਼ ਕੀਤੀ। ਕੋਈ ਤਕਰਾਰ ਨਹੀਂ ਹੈ ਮਹਾਰਾਜ। ਅੱਛਾ ਜੀ।
ਤੁਸੀਂ ਜਿਹੜਾ ਇਹ ਹਥਿਆਰਾਂ ਦੇ ਖਿਲਾਫ ਲੜਾਈ ਲੜਦੇ ਰਹੇ ਆ ਜੀ, ਪਰ ਉਹਨਾਂ ਦੇ ਤਾਂ ਗਾਣਿਆਂ ਵਿੱਚ ਤਸਵੀਰਾਂ ਵਿੱਚ ਜਿਹੜੀ ਅਕਸਰ ਹਥਿਆਰਾਂ ਦੀ ਫੋਟੋ ਸੀਗੀ, ਫਿਰ ਤੁਸੀਂ ਉਹਨਾਂ ਨਾਲ ਕਦੇ ਮੁਲਾਕਾਤ ਦੌਰਾਨ ਕਿਹਾ ਵੀ ਸੀਗਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਜਾਂ ਮੈਂ ਅਜਿਹਾ ਨਹੀਂ ਚਾਹੁੰਦਾ ਜਾਂ ਜਿਹੜਾ ਪੰਜਾਬ ਆ ਉਹ ਮੰਗ ਨਹੀਂ ਕਰਦਾ? ਹਾਂ ਬਿਲਕੁਲ, ਮੈਂ ਕਦੇ ਵੀ ਉਹਨਾਂ ਨਾਲ ਮੁਲਾਕਾਤ ਨਹੀਂ ਹੋਇਆ। ਮੈਨੂੰ ਲੱਗਦਾ ਇਹ ਬਹੁਤ ਵੱਡੀ ਗਲਤੀ ਸੀਗਾ। ਮੈਂ ਮੁਲਾਕਾਤ ਕਰਨ ਦੀ ਲੋੜ ਸੀਗਾ, ਪਰ ਕਿਤੇ ਨਹੀਂ ਕਿਤੇ ਮੈਂ ਮੁਲਾਕਾਤ ਕਰਨ ਲਈ ਕੋਸ਼ਿਸ਼ ਵੀ ਨਹੀਂ ਕੀਤੀ। ਪਰ ਉਹਨਾਂ ਦੇ ਮਾਂ ਨੂੰ ਮਿਲ ਕੇ, ਮਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕੀਤੀ ਸੀ, ਬੱਚੇ ਨੂੰ ਸਮਝਾਉਣ ਦੀ ਲੋੜ ਹੈ। ਪਰ ਉਹਨਾਂ ਦੇ ਗਾਣੇ ਦੇ ਵਿੱਚ ਬਹੁਤ ਸਾਰੇ ਹਥਿਆਰਪਨ ਦਿਖਾਉਣ ਕਾਰਨ ਉਹਨਾਂ ਨੂੰ ਦੇਖ ਕੇ ਬਹੁਤ ਸਾਰੇ ਗਾਇਕ ਨੇ ਵੀ ਹਥਿਆਰਪਨ ਨੂੰ ਪ੍ਰੋਤਸਾਹਿਤ ਕਰਨ ਲਈ ਉਤਸ਼ਾਹਿਤ ਹੋਏ ਨੇ। ਚਾਹੇ ਕੋਰਾਲਾ ਮਾਨ ਹੋਵੇ ਉਸ ਇਲਾਕੇ ਦੇ, ਭਾਵੇਂ ਦਿਲਪ੍ਰੀਤ ਢਿੱਲੋਂ ਹੋਵੇ, ਬਹੁਤ ਸਾਰੇ ਲੋਕਾਂ ਨੇ ਉਸ ਯੁੱਗ ਵਿੱਚ ਬਹੁਤ ਸਾਰੇ ਗਲਤ ਗਾਣਾ ਗਾਏ ਨੇ। ਕਹਿਣ ਦਾ ਭਾਵ ਹੈ ਸਰ, ਤਕਰਾਰ ਕਦੇ ਵੀ ਨਹੀਂ ਹੋਇਆ, ਪਰ ਉਹਨਾਂ ਦੇ ਕੁਝ ਗਾਣੇ ਵਿਵਾਦਿਤ ਵਿੱਚ ਸਨ। ਮੈਂ ਦਰਸ਼ਕਾਂ ਨੂੰ ਪਹਿਲਾਂ ਦੱਸਦਾ ਕਿ ਪ੍ਰੋਫੈਸਰ ਸਾਹਿਬ ਦਾ ਸੰਬੰਧ ਜਿਹੜਾ ਉਹ ਕਰਨਾਟਕਾ ਨਾਲ ਆ। ਇਹ ਚੰਡੀਗੜ੍ਹ ਵਿੱਚ ਪ੍ਰੋਫੈਸਰ ਨੇ, ਪੜ੍ਹਾਉਂਦੇ ਪੰਜਾਬੀ 'ਚ ਆ। ਇਹਨਾਂ ਦੀ ਬੇਟੀ ਦਾ ਨਾਂ ਬੀਬੀ ਖੀਵੀ ਆ, ਜਿਹੜੀ 8ਵੀਂ ਜਮਾਤ 'ਚ ਪੜ੍ਹਦੀ ਆ, ਉਹ ਵੀ ਸਰਕਾਰੀ ਸਕੂਲੇ। ਸੋ ਪ੍ਰੋਫੈਸਰ ਸਾਹਿਬ ਦਾ ਸੰਬੰਧ ਕੰਨੜ ਭਾਸ਼ਾ ਨਾਲ ਆ, ਪਰ ਮੋਹ ਜਿਹੜਾ ਆ ਇਹ ਪੰਜਾਬੀ ਦਾ ਕਰਦੇ ਆ। ਹੇਜ ਜਿਹੜਾ ਇਹਨੂੰ ਪੰਜਾਬੀ ਨਾਲ ਆ। ਪੰਜਾਬੀ ਮਾਂ ਬੋਲੀ ਲਈ ਇਹਨਾਂ ਨੇ ਜਿੰਨਾ ਜ਼ਿਆਦਾ ਕੰਮ ਕੀਤਾ ਉਹ ਤੁਸੀਂ ਸ਼ਾਇਦ ਹੀ ਕਰ ਸਕੇ ਹੋਈ ਹੈ। ਪ੍ਰੋਫੈਸਰ ਇੱਕ ਮੇਰਾ ਹੋਰ ਤੁਹਾਨੂੰ ਸਵਾਲ ਆ, ਸਿੱਧੂ ਮੂਸੇਵਾਲੇ ਦੇ ਅਕਸਰ ਜਿਹੜੇ ਪਿਤਾ ਜੀ ਆ ਉਹ ਅਕਸਰ ਸੰਬੋਧਨ ਕਰਦੇ ਆ ਇਕੱਠਾਂ ਨੂੰ। ਕੱਲ੍ਹ ਪਰਸੋਂ ਮੀਡੀਆ ਵਿੱਚ ਇਹ ਖਬਰ ਚੱਲ ਰਹੀ ਸੀ ਕਿ ਸ਼ਾਇਦ ਉਹ ਰਾਜਨੀਤੀ ਵਿੱਚ ਆ ਜਾਣ। ਤੁਸੀਂ ਕੀ ਸੋਚਦੇ ਹੋ, ਜੇ ਉਹ ਰਾਜਨੀਤੀ ਵਿੱਚ ਆ ਜਾਊਗੇ ਤਾਂ ਆਪਣੇ ਸਪੋਰਟਰਾਂ ਨੂੰ ਵੋਟਰਾਂ 'ਚ ਬਦਲ ਸਕਦੇ ਆ? ਦੇਖੋ ਜੀ, ਇਹ ਲੋਕਤੰਤਰ ਹੈ, ਕੋਈ ਵੀ ਆ ਸਕਦੇ ਹੈ, ਉਹਦੇ ਵਿੱਚ ਕੋਈ ਪਾਬੰਦੀ ਨਹੀਂ ਕਿਸੇ ਨੂੰ। ਉਹ ਆ ਸਕਦੇ, ਉਹਨਾਂ ਨੂੰ ਜੀ ਆਇਆਂ ਨੂੰ, ਕਿਉਂਕਿ ਲੋਕਤੰਤਰ ਦੇ ਵਿੱਚ ਉਹਨਾਂ ਦਾ ਹੱਕ ਹੈ। ਮੈਨੂੰ ਲੱਗਦਾ ਹੈ ਸਿੱਧੂ ਮੂਸੇਵਾਲਾ ਦੀ ਜਿਹੜੀ ਆਵਾਜ਼ ਨੂੰ ਪਹਿਚਾਣ ਕੇ ਜਿਹੜੇ ਨੌਜਵਾਨ ਉਹਨਾਂ ਦੇ ਘਰ ਤੱਕ ਹਰ ਸੰਡੇ ਪਹੁੰਚਦੇ ਨੇ, ਉਹ ਹੋ ਸਕਦਾ ਉਹਨਾਂ ਨੂੰ ਵੋਟ ਦੇਣਗੇ, ਜਿਤਾਉਣਗੇ। ਮੈਂ ਤਾਂ ਅਰਦਾਸ ਕਰਦਾ ਹੈ ਉਹਨਾਂ ਦਾ ਪਿਤਾ ਜੀ ਜਿੱਤ ਜਾਵੇ, ਆਵੇ। ਸਿਸਟਮ ਨੂੰ ਸੁਧਾਰਨ ਲਈ ਕੋਈ ਵੀ ਆਵੇ, ਉਹ ਅਸੀਂ ਸਵਾਗਤ ਕਰਦੇ। ਪ੍ਰੋਫੈਸਰ ਵੈਸੇ ਇੱਕ ਗੱਲ ਤਾਂ ਮੰਨਣੀ ਪਊਗੀ ਕਿ ਹੁਣ ਤੋਂ ਪਹਿਲਾਂ ਜਿੰਨੇ ਵੀ ਅਜਿਹੇ ਮੌਕੇ ਆਏ ਜਿੱਥੇ ਪੰਜਾਬੀ ਦੇਸ਼ ਵਿੱਚ ਬੈਠੇ ਭਾਵਕ ਹੋਏ ਆ, ਆਪਾਂ ਗੱਲ ਨਹੀਂ ਆਪਾਂ ਦੂਰ ਕਰੀਏ ਜਿਹੜੇ ਸੀਗੇ ਉਹ ਤੋਂ ਪਹਿਲਾਂ ਮੌਤ ਹੋ ਗਈ ਸੀ ਐਕਸੀਡੈਂਟ ਵਿੱਚ, ਉਹ ਮਿਸਟਰ ਸਿੱਧੂ ਹੋਇਆ ਕਰਦੇ ਸੀਗੇ, ਉਹਨਾਂ ਦਾ ਨਾਂ ਦੀਪ ਸਿੱਧੂ। ਉਹਨਾਂ ਨੂੰ ਲੈ ਕੇ ਵੀ ਲੋਕ ਇਮੋਸ਼ਨਲ ਹੋਏ ਆ, ਪਰ ਇੰਨੀ ਜ਼ਿਆਦਾ ਜਿਹੜੀ ਲਹਿਰ ਆ ਉਹ ਲੰਬੇ ਸਮੇਂ ਲਈ ਨਹੀਂ ਚੱਲੀ ਹੈਗੀ। ਮੂਸੇਵਾਲੇ ਲਈ ਜਿੰਨਾ ਕੁ ਦਰਦ ਸ਼ੁਰੂ ਹੋਇਆ ਸੀ ਉਨਾ ਹੀ ਦਰਦ ਹੁਣ ਚੱਲਦਾ। ਪਰ ਸਭ ਤੋਂ ਮੇਰਾ ਜਿਹੜਾ ਸਵਾਲ ਆ ਉਹ ਇਹ ਆ ਕਿ ਤੁਸੀਂ ਜਿਹੜੇ ਗਾਣਿਆਂ ਵਿੱਚ, ਫਿਲਮਾਂ ਵਿੱਚ ਹਥਿਆਰ ਚੁੱਕੇ ਜਾਂਦੇ ਆ, ਹਥਿਆਰਾਂ ਦਾ ਪ੍ਰਚਾਰ ਕੀਤਾ ਜਾਂਦਾ, ਤੁਸੀਂ ਇਹਦੇ ਵਿਰੁੱਧ ਇੱਕ ਸਾਲਾਂ ਤੋਂ ਮੁਹਿੰਮ ਛਿੜੀ ਹੋਈ ਆ। ਇੱਕ ਤਾਂ ਮੈਨੂੰ ਇਹ ਦੱਸਿਓ ਕਿ ਤੁਸੀਂ ਕਈ ਵਾਰੀ ਮੰਗ ਕੀਤੀ, ਮੈਂ ਤੁਹਾਡੇ ਬੋਰਡ ਦੇਖਿਆ ਤੁਸੀਂ ਮੰਗ ਕੀਤੀ ਆ ਕਿ ਇਹਨਾਂ ਵਿਰੁੱਧ ਐਫਆਈਆਰ ਦਰਜ ਕਰੋ, ਜੇਲ੍ਹਾਂ ਭੇਜ ਦਿਓ। ਕਿੰਨੇ ਕੁ ਜਿਹੜੇ ਪਰਚੇ ਤੁਸੀਂ ਦਰਜ ਕਰਵਾ ਚੁੱਕੇ ਜਾਂ ਕਿੰਨੇ ਕੁ ਨੂੰ ਇਸ ਪੱਖੋਂ ਜਿਹੜੀ ਜੇਲ੍ਹ ਦੀ ਹਵਾ ਦਵਾਈ ਆ? ਜੀ ਬਿਲਕੁਲ। ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਮੈਂ ਜਨਹਿਤਕ ਯਾਚਿਕਾ 2016 ਦੇ ਵਿੱਚ ਪਾਉਣ ਤੋਂ ਬਾਅਦ 2019 ਤੱਕ ਸੁਣਵਾਈ ਹੋਇਆ। 3 ਸਾਲ ਲਗਾਤਾਰ ਸੁਣਵਾਈ ਹੋਣ ਤੋਂ ਬਾਅਦ 22/7/2019 ਨੂੰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਤਿਹਾਸਿਕ ਫੈਸਲਾ ਸੁਣਾਉਣ ਦੇ ਕਿਹਾ ਹੈ ਕਿ ਲੱਚਰ ਸ਼ਰਾਬੀ ਹਥਿਆਰੀ ਗਾਣਾ ਕਿਤੇ ਵੀ ਨਹੀਂ ਚੱਲਣਗੇ। ਜੇ ਚੱਲਣਗੇ ਤਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣਾ ਚਾਹੀਦਾ। ਉਸ ਤੋਂ ਬਾਵਜੂਦ ਕੁਝ ਲੋਕ ਗਾ ਰਹੇ ਨੇ ਜੋ ਕੰਟੈਂਪਟ ਆਫ ਕੋਰਟ ਹੈ ਸਰ। इसलिए मैंने बहुत सारे गायक के खिलाफ एफआईआर दर्ज करवाया। श्री बराड़ पटियाला तो जेल हो के आए ने पटियाला तो, उस तो अलावा बहुत सारे के खिलाफ एफआईआर दर्ज है, कंप्लेंट दर्ज है, हुण भी कार्रवाई हो रही ने। उसदे विच सिप्पी गिल होवे, भावे दिलप्रीत ढिल्लों होवे, मनकीरत तवलक होवे, किसी नूं नहीं बख्शिया महाराज में। जी पावे वो बब्बू मान होवे, पावे उस गुरदास मान साहब होवे, मैं किसी नूं नहीं बख्शिया, क्योंकि पवित्र पंजाबी भाषा ये रूहानियत भरी भाषा है। इस भाषा दे विच तुसी गलत नहीं गा सकते। इस भाषा नूं तुसी की कहंदे ने गंदगी नहीं कर सकते, अपवित्र नहीं कर सकते। ये गुरु ग्रंथ साहिब दी जुबान है। गुरु ग्रंथ साहिब दी नु समझण दी एक रूहानियत भरी भाषा है। इस भाषा दे गलत शब्दावली नहीं कर सकते। भावे चौथा पैग ला के दे रहा बाफड़ी नहीं, ये भाषा दी अपमान है। जी जट उत्ते फायर कर रहा, जितने पाबंदी हथियार दी गैर कानूनी गाना है। जी
चौथा 18 टप गया, मुंडा बदनाम हो गया, ये गैर कानूनी साडे बच्चे ਨੂੰ ਉਤਸ਼ਾਹਿਤ ਕਰਦਾ ਹੈ ਸਰ। ਉਸ ਤੋਂ ਇਲਾਵਾ ਜੇਲ੍ਹ ਵਿੱਚੋਂ ਫੋਨ ਆਉਣਗੇ, ਦੱਸੋ ਮੈਨੂੰ ਇਹੋ ਜਿਹਾ ਗਾਣੇ ਸਾਡੇ ਬੱਚੇ ਨੂੰ ਉਤਸ਼ਾਹਿਤ ਕਰਦੇ। ਇਸ ਲਈ ਮੈਨੂੰ ਲੱਗਦਾ ਇਹਨਾਂ ਦੇ ਖਿਲਾਫ ਹੋਰ ਹੋਏਗੀ ਮਹਾਰਾਜ। ਮੇਰਾ ਲੜਾਈ ਜਦ ਤੱਕ ਚੱਲੂਗੀ ਉਹਨਾਂ ਦੇ ਸਾਰੇ ਗਾਣੇ YouTube ਤੋਂ ਕੱਢਿਆ ਜਾਊਗਾ। ਜੇ ਨਹੀਂ ਕੱਢਣਗੇ ਹੋਰ ਸਖਤੀ ਨਾਲ ਉਹਨਾਂ ਦੇ ਖਿਲਾਫ ਕਾਰਵਾਈ ਹੋਣ ਵਾਲੀ ਹੈ। ਪ੍ਰੋਫੈਸਰ ਸਾਹਿਬ ਜੀ, ਤੁਸੀਂ ਕਰਨਾਟਕਾ ਤੋਂ ਆ ਕੇ ਨੌਕਰੀ ਕੀਤੀ ਚੰਡੀਗੜ੍ਹ ਵਿੱਚ। ਚੰਡੀਗੜ੍ਹ ਕੇਂਦਰ ਸ਼ਾਸਿਤ ਪ੍ਰਦੇਸ਼ ਆ, ਇੱਥੇ ਪੰਜਾਬੀ ਬੋਲੀ ਦੀ ਪਹਿਲੀ ਬੁੱਕਤ ਨਹੀਂ। ਕਈ ਸਾਰੀ ਜਥੇਬੰਦੀਆਂ ਸੰਘਰਸ਼ ਵੀ ਕਰਦੀਆਂ, ਬੜੀ ਬਿਆਨਬਾਜ਼ੀ ਹੁੰਦੀ ਆ, ਬੜਾ ਕੁਝ ਹੁੰਦਾ। ਚੰਡੀਗੜ੍ਹ ਦੇ ਨਾਂ ਤੇ ਵੋਟਾਂ ਮੰਗੀਆਂ ਜਾਂਦੀਆਂ। ਤੁਹਾਡਾ ਚੰਡੀਗੜ੍ਹ 'ਚ ਰਹਿ ਕੇ ਪੰਜਾਬੀ ਤੋਂ ਬਿਨਾਂ ਸਰ ਸਕਦਾ ਸੀਗਾ, ਤੁਹਾਡਾ ਪੰਜਾਬੀ ਨਾਲ ਲਗਾ ਕਿਵੇਂ ਹੋਇਆ? हाँ, प्रभु की कृपा है सर, ये कोई परमात्मा की मेहर है। मैं कर्नाटक तो आके 2003 ਦੇ ਵਿੱਚ ਸਹਾਇਕ ਪ੍ਰੋਫੈਸਰ ਜੋ ਸਰਕਾਰੀ ਕਾਲਜ ਦੇ ਵਿੱਚ ਜੁਆਇਨ ਕਰਨ ਤੋਂ ਬਾਅਦ 2005 ਤੱਕ ਮੈਂ ਅੰਗਰੇਜ਼ੀ ਵਿੱਚ ਹੀ ਪੜ੍ਹਾਉਂਦੇ ਰਿਹਾ ਬੱਚੇ ਨੂੰ। ਇੱਕ ਦਿਨ ਮੈਨੂੰ ਇੰਜ ਲੱਗਿਆ ਕਿ ਮੈਨੂੰ ਪੰਜਾਬੀ ਭਾਸ਼ਾ ਸਿੱਖ ਕੇ ਪੰਜਾਬੀ ਵਿੱਚ ਹੀ ਪੜ੍ਹਾਉਣ ਦੀ ਲੋੜ ਹੈ, ਕਿਉਂਕਿ 80% ਵੱਧ ਬੱਚੇ ਕੁਰਾਲੀ ਤੋਂ ਖਰੜ ਤੋਂ ਆਉਂਦੇ ਨੇ ਸਾਡੇ ਕਾਲਜ ਦੇ ਵਿੱਚ। ਮੈਂ ਸੋਚਿਆ ਪੰਜਾਬੀ 35 ਸਿੱਖਣ ਦੀ ਲੋੜ ਹੈ, ਇਸ ਲਈ ਮੈਂ 35 ਸਿੱਖੀ ਬੱਚੇ ਨੂੰ ਪੜ੍ਹਾਉਣ ਕਾਰਨ। ਪਰ ਦੇਖੋ ਸਰ, ਉਸ ਪਵਿੱਤਰ ਪੰਜਾਬੀ ਦੀ 35 ਅੱਖਰ ਦੀ ਮਿਹਰ ਮੇਰੇ ਤੇ ਇੰਨਾ ਹੋਇਆ कि उस 35 सिखण तो बाद श्री जपजी साहब ਨੂੰ मैं पढ़न लग गया, समझन लग गया। उसनु समझ के मेरे माँ बोली कन्नड़ ਵਿੱਚ अनुवाद करके मेरी माँ बोली कन्नड़ ਨੂੰ मैं रूहानियत ਦੀ ਸਿਖਰ तक पहुँचाया श्री जपजी साहब ਨੂੰ अनुवाद करके। ਇੰਨਾ ਹੀ ਨਹੀਂ ਸਰ, श्री जपजी साहब अनुवाद ਕਰਨ ਤੋਂ ਬਾਅਦ श्री सुखमनी साहब आषाढ़ वार भी कन्नड़ ਵਿੱਚ अनुवाद ਹੋਇਆ। ਮੈਨੂੰ ਲੱਗਦਾ ਹੈ ਸਰ, ਇਹ 35 ਅੱਖਰ ਹੋਣ ਦੇ ਕਾਰਨ ਹੀ ਪੰਜਾਬੀ ਭਾਸ਼ਾ ਸਿੱਖਣ ਤੋਂ ਬਾਅਦ ਹੀ ਮੈਨੂੰ ਇਹ ਮਿਹਰ ਹੋਇਆ ਹੈ। ਇਹ ਮਿਹਰ ਮੇਰੇ ਤੇ ਪ੍ਰਭੂ ਦੀ ਕਿਰਪਾ ਨਾਲ ਹੋਇਆ ਜੀ ਮਹਾਰਾਜ। ਪ੍ਰੋਫੈਸਰ ਸਾਹਿਬ, ਇੱਕ ਦੱਸਿਓ ਤੁਸੀਂ ਇਹ ਮੈਨੂੰ, ਜਿਹੜੀਆਂ ਪੁਰਾਣੀਆਂ 3 ਸਰਕਾਰਾਂ ਤੁਸੀਂ ਦੇਖ ਲਈਆਂ ਇਸ ਵੇਲੇ, ਅਕਾਲੀ, ਕਾਂਗਰਸ, ਹੁਣ ਆਮ ਆਦਮੀ ਪਾਰਟੀ, ਤਿੰਨਾਂ ਚੋਂ ਪੰਜਾਬੀ ਲਈ ਗੰਭੀਰ ਕਿਹੜੀ ਆ? ਆਪਾਂ ਬਿਆਨਬਾਜ਼ੀ ਛੱਡ ਦਈਏ, ਪ੍ਰੈਕਟੀਕਲੀ ਗੰਭੀਰ ਕਿਹੜੀ ਆ? हाँ, ये बहुत महत्वपूर्ण सवाल पूछे सर, ਤੁਹਾਡਾ शुक्रिया। क्योंकि मैं कर्नाटक तो आके बहुत ही सामाजिक सोशोलॉजी के पद्धर ते समझन तो बाद मैंने इंज लग गया कि मौजूदा सरकार श्री भगवंत ਸਿੰਘ ਸਾਹਿਬ ਦੀ ਸਰਕਾਰ ਜੋ ਹੈ, ਮੈਨੂੰ ਲੱਗਦਾ ਹੈ ਕਿਤੇ ਨਾ ਕਿਤੇ ਭਾਸ਼ਾ ਅਤੇ ਸੱਭਿਆਚਾਰ ਪ੍ਰਤੀ ਬਹੁਤ ਹੀ ਇਹਨਾਂ ਦਾ ਨੀਅਤ ਸਾਫ਼ ਲੱਗਦਾ ਹੈ ਮੈਨੂੰ। ਅੱਛਾ ਜੀ। ਕਿਉਂਕਿ ਉਹਨਾਂ ਨੇ ਭਾਵੇਂ 2008 ਦੇ ਵਿੱਚ ਭਾਸ਼ਾ ਐਕਟ ਬਣਿਆ ਅਕਾਲੀ ਸਰਕਾਰ ਦੇ ਦੌਰਾਨ, ਪਰ ਉਸ ਨੂੰ ਸਹੀ ਢੰਗ ਨਾਲ ਲਾਗੂ ਕਰਨ ਦੀ ਕੋਸ਼ਿਸ਼ ਮੌਜੂਦਾ ਸਰਕਾਰ श्री भगवंत ਸਿੰਘ ਸਾਹਿਬ ਕਰ ਰਹੇ ਨੇ। ਭਾਵੇਂ ਉਹ ਹਰ ਥਾਂ ਤੇ ਪੰਜਾਬੀ ਸਭ ਤੋਂ ਉੱਪਰ ਬੋਰਡ ਤੇ ਲਗਾਉਣ ਦੀ ਗੱਲ ਹੋਵੇ, ਭਾਵੇਂ ਉਹ ਗਲਤ ਗਾਣੇ ਤੇ ਬੈਨ ਹੋਵੇ, ਭਾਵੇਂ ਉਹ ਪੰਜਾਬੀ ਸੱਭਿਆਚਾਰ ਨੀਤੀ ਨੂੰ ਲਾਗੂ ਕਰਨ ਦੀ ਕੋਸ਼ਿਸ਼ ਹੋਵੇ, ਮੈਨੂੰ ਲੱਗਦਾ ਹੈ ਮੌਜੂਦਾ ਸਰਕਾਰ ਦੀ ਨੀਅਤ ਸਾਫ਼ ਲੱਗਦਾ ਹੈ। ਰੰਗਲਾ ਪੰਜਾਬ ਬਣਾਉਣ ਦੀ ਜਿਹੜੇ ਸੁਪਨਾ ਦਿਖਾ ਰਹੇ ਨੇ, ਇਹ ਹੋ ਸਕਦਾ ਹੈ ਸਰ, ਕਿਉਂਕਿ ਮਾਨਯੋਗ ਮੁੱਖ ਮੰਤਰੀ श्री भगवंत ਸਿੰਘ ਸਾਹਿਬ खुद कलाकार ने सर। ਇਹਨਾਂ ਨੂੰ ਪਤਾ ਕੀ ਕਲਾ ਹੈ, ਕਲਾਕਾਰੀ ਕੀ ਹੈ, ਇਸ ਲਈ ਉਹ ਸ਼ੁੱਧੀਕਰਨ ਕਰਨ ਲਈ ਕੋਸ਼ਿਸ਼ ਕਰ ਰਹੇ ਨੇ ਕਿ ਇਹੋ ਜਿਹਾ ਗਾਣਾ ਬੰਦ ਹੋਵੇ, ਲੈਕਚਰ ਸ਼ਰਾਬੀ ਹਥਿਆਰੇ ਗਾਣਾ ਬੰਦ ਹੋਵੇ, ਚੰਗੇ ਕਲਾਕਾਰ, ਚੰਗੇ ਗਾਇਕ, ਚੰਗੇ ਰਿਕਾਰਡਿੰਗ ਕੰਪਨੀ ਨੂੰ ਆਗੇ ਲੈ ਆਵੇ। ਮੈਨੂੰ ਲੱਗਦਾ ਹੈ ਮੌਜੂਦਾ ਸਰਕਾਰ ਬਿਹਤਰੀਨ ਲੱਗਦਾ ਹੈ। ਮੈਂ ਅਰਦਾਸ ਕਰਦਾ ਹੈ ਸਾਰੇ ਲੋਕ ਇਹਨਾਂ ਨੂੰ ਦੇਖੋ ਸਰ, ਸਰਕਾਰ ਭਾਵੇਂ ਕੋਈ ਪਾਰਟੀ ਦਾ ਹੋਵੇ, ਪਰ ਸਰਕਾਰ ਤਾਂ ਇੱਕ ਵਿਵਸਥਾ ਹੈ, ਉਸ ਨੂੰ ਸਾਨੂੰ ਸਪੋਰਟ ਕਰਨ ਦੀ ਲੋੜ ਹੈ। ਸਾਡਾ ਮਕਸਦ ਇਹ ਕੋਈ ਹੋਣਾ ਚਾਹੀਦਾ, ਰੰਗਲਾ ਪੰਜਾਬ ਬਣੇ, ਜਿੱਥੇ ਪੰਜਾਬੀਅਤ ਦੀ ਗੁਣਗਾਨ ਹੋਵੇ, 4 ਸਾਹਿਬਜ਼ਾਦੇ ਦੀ ਗੁਣਗਾਨ ਹੋਵੇ, ਬੰਦਾ ਸਿੰਘ ਬਹਾਦਰ ਦੀ ਵਾਰਾ ਹਰ ਥਾਂ ਤੇ ਵੱਜੇ ਜੀ। ਸਾਹਿਬ, ਤੁਸੀਂ ਜਿਹੜਾ ਇੱਕ ਪਹਿਲਾਂ ਗੱਲ ਕੀਤੀ ਸੀਗੀ ਕਿ ਚੰਡੀਗੜ੍ਹ 'ਚ 80% ਬੱਚੇ ਪੰਜਾਬ ਦੇ ਪੜ੍ਹਦੇ ਆ, ਪੰਜਾਬੀ ਮਾਧਿਅਮ ਦੇ ਪੜ੍ਹਦੇ ਆ, ਉਹ ਤੋਂ ਬਾਅਦ ਇੱਕ ਮੇਰੇ ਮਨ 'ਚ ਸਵਾਲ ਆਇਆ। ਮੈਂ ਜਦੋਂ ਕਿਸੇ ਇੱਕ ਅਖਬਾਰ 'ਚ ਨੌਕਰੀ ਕਰਦਾ ਸੀਗਾ ਤਾਂ ਮੈਂ ਸਿੱਖਿਆ ਅਤੇ ਸਿਹਤ ਕਈ ਦਹਾਕਿਆਂ ਲਈ ਕਵਰ ਕੀਤੀ ਸੀ। ਮੈਨੂੰ ਯਾਦ ਆ ਕਿ ਪੰਜਾਬ ਯੂਨੀਵਰਸਿਟੀ ਬਾਰੇ ਅਸੀਂ ਅਜਿਹੀਆਂ ਖਬਰਾਂ ਕਰਦੇ ਰਹੇ ਹਾਂ ਜਿੱਥੇ ਦੂਜੇ ਸੂਬਿਆਂ ਦੇ ਪ੍ਰੋਫੈਸਰ ਪੜ੍ਹਾਉਂਦੇ ਆ ਕੇ, ਜਿਨ੍ਹਾਂ ਨੂੰ ਪੰਜਾਬੀ ਨਹੀਂ ਆਉਂਦੀ, ਉਹ ਚੰਡੀਗੜ੍ਹ 'ਚ ਹੀ ਤਾਇਨਾਤ ਨਹੀਂ ਹੈਗੇ, ਉਹ ਪੰਜਾਬ 'ਚ ਵੀ ਤਾਇਨਾਤ ਆ, ਪੰਜਾਬ ਯੂਨੀਵਰਸਿਟੀ ਕੈਂਪਸ ਵੀ ਤਾਇਨਾਤ ਆ। ਉਹ ਪੰਜਾਬੀ ਦੇ ਪੇਪਰ ਵੀ ਮਾਰਕ ਕਰਦੇ ਆ, ਪੰਜਾਬੀ ਆਉਂਦੀ ਨਹੀਂ। ਬੱਚਿਆਂ ਨੂੰ ਪੜ੍ਹਾਉਂਦੇ ਹੋਰ ਭਾਸ਼ਾ ਵਿੱਚ ਆ, ਮਾਧਿਅਮ ਬੱਚਿਆਂ ਦਾ ਪੰਜਾਬੀ 'ਚ ਆ। ਸੋ ਤੁਸੀਂ ਕੀ ਸੋਚਦੇ ਹੋ ਕਿ ਇਹ ਇੱਕ ਬੇਇਨਸਾਫੀ ਆ ਜਾਂ ਉਹ ਕਿਵੇਂ ਤੁਸੀਂ ਲੈਂਦੇ ਕਿਵੇਂ ਹੋ?
ਜੀ ਬਿਲਕੁਲ, ਤੁਹਾਡੇ ਸਵਾਲ ਤੁਸੀਂ ਬਹੁਤ ਯੋਗਦਾਨ ਹੈ ਤੁਹਾਡਾ, ਬਹੁਤ ਸਾਰੇ ਅਖਬਾਰ ਦੇ ਵਿੱਚ ਤੁਸੀਂ ਸਰਵਿਸ ਕਰਨ ਤੋਂ ਬਾਅਦ ਤੁਹਾਨੂੰ ਸਭ ਕੁਝ ਪਤਾ ਹੈ, ਪਰ ਇਨ੍ਹਾਂ ਲੋਕਾਂ ਨੂੰ ਜੋ UPSC ਤੋਂ ਸਿਲੈਕਸ਼ਨ ਹੋ ਕੇ ਇੱਥੇ ਪਹੁੰਚਦੇ ਨੇ ਉਹਨਾਂ ਨੂੰ ਪੰਜਾਬੀ ਸਿਖਾਉਣ ਦੀ ਲੋੜ ਹੈ, ਉਹਨਾਂ ਨੂੰ ਇਸ ਖੇਤਰ ਦੀ ਭਾਸ਼ਾ ਸੱਭਿਆਚਾਰ ਨੂੰ ਜਾਣੂ ਕਰਾਉਣ ਦੀ ਲੋੜ ਹੈ। ਇਸ ਲਈ ਮੈਂ 35 ਲੈ ਕੇ ਹਰ ਥਾਂ 'ਤੇ ਪਹੁੰਚਦਾ ਹੈ, ਉਹਨਾਂ ਨੂੰ ਪੰਜਾਬੀ ਸਿਖਾਉਣ ਦਾ ਕੋਸ਼ਿਸ਼ ਕਰਦਾ ਹੈ। ਸਿਰਫ ਤਾਂ ਤੁਸੀਂ ਕਾਲਜ ਯੂਨੀਵਰਸਿਟੀ ਦੀ ਗੱਲ ਕੀਤੀ ਹੈ ਮਹਾਰਾਜ, ਪਰ ਮੈਂ PGI ਤੱਕ ਪਹੁੰਚਿਆ ਸੀ। PGI ਦੇ ਜਿੰਨੇ ਵੀ ਦੱਖਣ ਭਾਰਤ ਦੇ ਡਾਕਟਰ ਹੁੰਦੇ ਨੇ ਉਹਨਾਂ ਨੂੰ ਪੰਜਾਬੀ ਭਾਸ਼ਾ ਸਿਖਾ ਕੇ ਮਰੀਜ਼ ਨਾਲ ਗੱਲ ਕਰਨ, ਉਹਨਾਂ ਦੇ ਨਾਲ ਚੰਗੇ ਇਲਾਜ ਹੋਵੇ, ਇਸ ਲਈ ਮੈਂ ਦੱਖਣ ਭਾਰਤ ਦੇ ਡਾਕਟਰ ਨੂੰ ਵੀ ਪੰਜਾਬੀ ਸਿਖਾਇਆ। 50 ਤੋਂ ਵੱਧ ਡਾਕਟਰ ਪੰਜਾਬੀ ਸਿੱਖ ਕੇ ਮਰੀਜ਼ ਨਾਲ ਪੰਜਾਬੀ ਚ ਗੱਲ ਕਰ ਰਹੇ ਨੇ, ਇਲਾਜ ਕਰ ਰਹੇ ਨੇ। ਹੁਣ UPSC ਤੋਂ ਜਿਹੜੇ ਸਿਲੈਕਸ਼ਨ ਹੋ ਕਿਤੇ ਪਹੁੰਚੇ ਨੇ ਉਹ ਵੀ ਪੰਜਾਬੀ ਸਿੱਖ ਰਹੇ ਨੇ। ਕਿਉਂ? ਕਿਉਂਕਿ ਪੰਡਿਤ ਰਾਓ ਕਰਨਾਟਕ ਤੋਂ ਆ ਕੇ 35 ਸਰ ਤੇ ਰੱਖ ਕੇ ਘੁੰਮ ਸਕਦਾ ਹੈ, ਅਸੀਂ ਕਿਉਂ ਨਹੀਂ ਸਿੱਖ ਸਕਦੇ? ਮੈਂ ਕਿਸੇ ਨੂੰ ਕਿਹਾ ਨਹੀਂ ਸਿੱਖੋ, ਪਰ ਮੈਂ ਸਰ ਤੇ ਬੋਲ ਕੇ ਜਦ ਪਹੁੰਚਦਾ ਹੈ ਹਰ ਥਾਂ ਤੇ ਉਹ ਖੁਦ ਸਿੱਖਦੇ ਨੇ, ਸਿੱਖ ਰਹੇ ਨੇ। 10ਵੀਂ ਪੰਜਾਬ ਸਿੱਖਿਆ ਬੋਰਡ ਤੋਂ 10ਵੀਂ ਵੀ ਕਲੀਅਰ ਕਰ ਦਿੱਤੇ ਨੇ। ਉਹ ਜਿਹੜੇ ਉਹਨਾਂ ਦੇ ਕੋਲ ਜੋ ਸਰਟੀਫਿਕੇਟ ਨਹੀਂ ਹੁੰਦਾ ਹੈ ਅੱਜ ਕੱਲ ਉਹਨਾਂ ਦਾ ਪਰਮਿਸ਼ਨ ਨਹੀਂ ਹੈ ਸਰ ਆਨਸਰ ਚੈੱਕ ਕਰਨ ਦੀ, ਇਹ ਲਾਜ਼ਮੀ ਕਰ ਦਿੱਤਾ ਹੈ। ਹੁਣ ਕਰਤਾ ਹੈ ਜੀ, ਤੁਹਾਡੇ ਯੋਗਦਾਨ ਹੈ, ਤੁਸੀਂ ਬਹੁਤ ਰੱਜ ਕੇ ਉਸ ਵਕਤ ਲਿਖਿਆ, ਉਸ ਦਾ ਅਸਰ ਹੋਇਆ ਹੈ। ਹੁਣ ਇਹ ਕੰਪਲਸਰੀ ਹੋਇਆ ਹੈ ਕਿ 10ਵੀਂ ਤੋਂ ਸਿੱਖਿਆ ਬੋਰਡ ਤੋਂ ਪਾਸ ਹੋਣ ਤੋਂ ਬਾਅਦ ਹੀ ਉਹ ਆਨਸਰ ਸ਼ੀਟ ਚੈੱਕ ਕਰ ਸਕਦੇ ਹੋ, ਵਰਨਾ ਨਹੀਂ ਕਰ ਸਕਦੇ। ਇਸ ਦਾ ਭਾਵ ਹੈ ਉਹਨਾਂ ਨੂੰ 35 ਸਿੱਖਣ ਦੀ ਲੋੜ ਹੈ। ਤੁਸੀਂ ਜਿਹੜੇ ਗੱਲ ਕੀਤੀ PGI ਦੀ, ਮੈਂ ਉਹ ਸਵਾਲ ਤੇ ਆਉਣਾ ਸੀ ਪਰ ਤੁਸੀਂ ਪਹਿਲਾਂ ਹੀ ਦੱਸਤਾ ਹੋ। ਤੁਸੀਂ PGI ਦੇ ਡਾਕਟਰਾਂ ਨੂੰ ਜਿਹੜੇ 35 ਸਿੱਖਦੇ ਆ, ਪੰਜਾਬੀ ਬੋਲਣਾ ਸਿੱਖਦੇ ਆ, ਉਹਨਾਂ ਨੂੰ ਕੈਸ਼ ਅਵਾਰਡ ਵੀ ਦਿੰਦੇ ਹੋ। ਜੀ ਜੀ ਜੀ। ਮੈਂ ਬਹੁਤ ਵਾਰੀ ਸੋਚਦਾ ਹੁੰਦਾ ਕਿ ਤੁਸੀਂ ਕਾਲਜ ਦੇ ਪ੍ਰੋਫੈਸਰ ਹੋ, ਤੁਹਾਨੂੰ ਸਮਾਂ ਚਾਹੀਦਾ ਕਾਲਜ ਪੜ੍ਹਾਉਣ ਲਈ, ਫਿਰ ਤੁਸੀਂ ਕਬੀਲਦਾਰ ਹੋ, ਬੱਚੇ ਨੇ, ਤੁਸੀਂ ਇਹ ਸਾਰਾ ਮੈਨੇਜ ਕਿਵੇਂ ਕਰਦੇ ਹੋ? ਵੀ ਇੱਕ ਤਾਂ ਤੁਸੀਂ ਮੈਂ ਤੁਹਾਨੂੰ ਇਹ ਵੀ ਦੇਖਿਆ ਕਿ ਤੁਸੀਂ ਕਈ ਵਾਰੀ ਚੰਗੇ ਯੋਗਦਾਨ ਲਈ ਚੈੱਕ ਕੱਟ ਕੇ ਵੀ ਦੇ ਦਿੰਦੇ ਹੋ। ਸੋ ਆਪਣੇ ਪਰਿਵਾਰ ਨੂੰ ਚਲਾਉਣਾ ਵਿੱਤੀ ਤੌਰ ਤੇ ਸਮਾਂ ਦੇ ਕੇ ਇਹ ਕਿਵੇਂ ਸੰਭਵ ਆ? ਨੌਕਰੀ ਵੀ, ਐਡਾ ਵੱਡਾ ਪ੍ਰੋਜੈਕਟ ਵੀ ਛੇੜਿਆ ਹੋਇਆ, ਮੁਹਿੰਮ ਛੇੜੀ ਹੋਈ ਆ, ਤੇ ਜਿੱਥੇ ਜਦੋਂ ਤੁਸੀਂ ਜਾਂਦੇ ਹੋ ਕਿਤੇ ਵੀ, ਪਟਿਆਲੇ ਜਾਂਦੇ ਹੋ, ਮੂਸੇ ਵਾਲਾ ਜਾਂਦੇ ਹੋ, ਤੁਹਾਨੂੰ ਪੈਸੇ ਦਾ ਖਰਚ ਆਉਂਦੇ ਆ ਨਾ ਜੀ, ਸਮਾਂ ਵੀ ਚਾਹੀਦਾ, ਇਹ ਸਾਰਾ ਕਿਵੇਂ ਮੈਨੇਜ ਕਰਦੇ ਹੋ ਜੀ? ਦੇਖੋ ਮਹਾਰਾਜ, ਇਹ ਗੁਰੂ ਨਾਨਕ ਮਹਾਰਾਜ ਦੀ ਸਿਧਾਂਤ ਦੀ ਅਸਰ ਹੈ। ਮੈਂ ਗੁਰੂ ਨਾਨਕ ਸਾਹਿਬ ਦੇ ਰਾਹ ਤੇ ਚੱਲਣ ਵਾਲਾ ਹਾਂ। ਉਸ ਰਾਹ ਤੇ ਚੱਲ ਕੇ ਮੈਂ ਸਵੇਰੇ ਜੋ ਅੰਮ੍ਰਿਤ ਵੇਲੇ ਅਸੀਂ ਕਹਿੰਦੇ, ਅੰਮ੍ਰਿਤ ਵੇਲੇ ਉੱਠ ਕੇ ਪਹਿਲੇ ਪਾਠ ਕਰਦਾ ਹੈ। ਮੈਂ ਉਹ ਪਾਠ ਕਰਨ ਤੋਂ ਬਾਅਦ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਨ ਤੋਂ ਬਾਅਦ ਊਰਜਾ ਇੰਨੀ ਮਿਲਦੀ ਹੈ ਮਹਾਰਾਜ, ਤੁਸੀਂ ਸੋਚ ਵੀ ਨਹੀਂ ਸਕਦੇ। ਇੰਨੀ ਸ਼ਕਤੀ, ਰਾਤ ਮੈਂ ਸੋ ਜਾਣ ਤੱਕ ਊਰਜਾ ਹੀ ਹੈ, ਕਿਉਂਕਿ ਉਸ ਵਾणी ਵਿੱਚ ਇੰਨਾ ਹੀ ਸ਼ਕਤੀ ਹੈ। ਉਹ ਸਾਨੂੰ आशीर्वाद करता है कि दिन भर शक्तिशाली होकर काम करना। मैं उस प्रभु दी बहुत शुक्रगुजार हाँ जिन्होंने मैनू इन्नी शक्ति प्रदान कर देने। देखो सर, मैं तैयार हो पाठ करके उस तो बाद कर दी काम करके उस तो बाद कॉलेज 9 बजे पहुँच जाता है। 2 बजे तक कॉलेज की सारी ड्यूटी करके 2 बजे तो 3 बजे घर पहुँच तक खाना खा के फिर मैं तुरदा है पंजाबी 35 सारते रख के। ਵਿੱਤੀ ਤੌਰ ਤੇ ਤੁਸੀਂ ਕਿਹਾ ਕਿ ਦੇਖੋ ਉਸ ਪ੍ਰਭੂ ਦੀ ਕਿਰਪਾ, ਮੈਂ ਅਸਿਸਟੈਂਟ ਪ੍ਰੋਫੈਸਰ ਹੋਣ ਕਾਰਨ 1,30,000 ਮੇਰਾ ਹੱਥ ਦੇ ਵਿੱਚ ਹਰ ਮਹੀਨੇ ਤਨਖਾਹ ਮਿਲਦਾ ਹੈ। ਹਾਂ ਜੀ, ਸਭ ਕੁਝ ਕੱਟ ਤੋਂ ਬਾਅਦ ਟੈਕਸ, ਉਹ ਸਾਰੇ ਹਾਊਸਿੰਗ ਰੈਂਟ ਸਭ ਕੱਟਣ ਤੋਂ ਬਾਅਦ, ਪ੍ਰੋਵੀਡੈਂਟ ਫੰਡ ਵੀ ਕੱਟਦਾ ਹੈ। ਸਭ ਕੁਝ ਕੱਟਣ ਤੋਂ ਬਾਅਦ 1,30,000 ਦੇ ਵਿੱਚ ਮੈਂ ਕੁਝ ਫੰਡ ਰੱਖਿਆ ਹੋਇਆ, ਉਹ ਮੈਂ ਵੰਡਦਾ ਹੈ। अच्छा जी। दसवंत ਦੇ ਵਿੱਚ ਮੈਂ ਵਿਸ਼ਵਾਸ ਰੱਖਦਾ ਹੈ। ਦਸਵੰਤ ਕੀ ਹੈ? ਦਸਵੰਤ ਸੱਚੀ ਰੂਪ ਤੇ ਦੇਣਾ ਜਿੱਥੇ ਉਹ ਜ਼ਰੂਰਤ ਹੈ। ਮੈਂ ਮੰਨਦਾ ਹੈ ਜਿਹੜੇ ਬੱਚੇ ਪੰਜਾਬੀ ਬੋਲਦਾ ਹੈ, ਲਿਖਣ ਲਈ ਆਸ਼ਾ ਵਕਤ ਪ੍ਰਗਟ ਕਰਦਾ ਹੈ, ਭਾਵੇਂ ਡਾਕਟਰ ਹੋਵੇ ਕੋਈ ਵੀ ਹੋਵੇ, ਉਹਨਾਂ ਨੂੰ ਮੈਂ 35 ਰੁਪਏ ਉੱਥੇ ਹੀ ਵੰਡਦਾ ਹੈ, ਉਹਨਾਂ ਨੂੰ ਦੇ ਦਿੰਦਾ ਹੈ। 35 ਕਿਉਂ? ਕਿਉਂਕਿ ਪੰਜਾਬੀ ਭਾਸ਼ਾ ਦੇ ਵਿੱਚ 35 ਅੱਖਰ ਹੁੰਦੇ ਨੇ, ਇਸ ਲਈ ਮੈਂ 35 ਦੇ ਕੇ ਉਹਨਾਂ ਨੂੰ ਬੇਨਤੀ ਕਰਦਾ 35 ਨੂੰ ਸਿੱਖੋ। ਇਸ ਲਈ ਮੈਨੂੰ ਲੱਗਦਾ ਕਿਤੇ ਨਾ ਕਿਤੇ ਪੰਜਾਬੀ ਭਾਸ਼ਾ ਲਈ ਇਹੋ ਜਿਹਾ ਕੰਮ ਕਰਨਾ ਮੇਰੇ ਹਿਸਾਬ ਨਾਲ ਇਹ ਪਵਿੱਤਰ ਕਾਰਜ ਹੈ। ਇਹ ਆਖਰੀ ਦਮ ਤੱਕ ਮੈਂ ਕਰਦਾ ਰਹਾਂਗਾ ਮਹਾਰਾਜ। ਇੱਕ ਮਿੰਟ ਹੋਰ ਦੱਸਿਓ, ਐ ਤਾਂ ਨਹੀਂ ਵੀ ਘਰੋਂ ਗਾਲਾਂ ਗੁਲਾਂ ਪੈਂਦੀਆਂ ਕਿਸੇ ਵੇਲੇ ਵੀ ਘਰ ਨਹੀਂ ਵੜਦੇ? ਕਿੱਥੇ ਮਹਾਰਾਜ? ਘਰੋਂ ਵਾਈਫ ਤੋਂ ਗਾਲਾਂ ਨਹੀਂ ਪੈਂਦੀਆਂ ਕਿ ਘਰ ਇੱਕ ਤਾਂ ਘਰ ਫੂਕ ਕੇ ਤਮਾਸ਼ਾ ਦੇਖ ਰਹੇ ਹੋ, ਇੱਕ ਤੁਸੀਂ ਘਰ ਨਹੀਂ ਵੜਦੇ? नहीं, मेरे घर दे मेरे वाइफ बहुत ही समझदार
ਕਰਨਾਟਕ ਦੇ, ਉਹ ਵੀ ਪੜ੍ਹੀ ਲਿਖੀ ਬੜੀ ਸਮਝਦਾਰ ਹੈ, ਉਹ ਵੀ ਪੰਜਾਬੀ ਭਾਸ਼ਾ ਸਿੱਖੀ ਹੈ। ਅੱਛਾ ਮੇਰੇ ਬੇਟੀ ਖੀਵੀ ਰੱਖਿਆ ਹੈ, ਖੀਵੀ, ਮੇਰੇ ਬੇਟੀ ਦਾ ਨਾਂ ਖੀਵੀ ਰੱਖਿਆ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਇੱਕੋ ਇੱਕ ਔਰਤ ਦਾ ਨਾਂ ਦਰਜ ਹੈ, ਉਹ ਮਾਤਾ ਖੀਵੀ ਦੀ ਹੈ। ਬਿਲਕੁਲ ਜੀ, ਬਿਲਕੁਲ। ਉਹ ਇੰਨੀ ਵੱਡੀ ਪੱਧਰ ਤੇ 15ਵੀਂ ਸਦੀ ਦੇ ਵਿੱਚ ਜਦ ਔਰਤ ਨੂੰ ਕੋਈ ਆਜ਼ਾਦੀ ਨਹੀਂ ਸੀ, ਉਸ ਵਕਤ ਮਾਤਾ ਖੀਵੀ ਨੇ ਦੇਸੀ ਘੀ ਵਿੱਚ ਲੰਗਰ ਬਣਾ ਕੇ ਵੰਡਦੀ ਸੀ। ਉਸ ਮਾਤਾ ਖੀਵੀ ਦੇ ਨਾਂ ਤੇ ਬੇਟੀ ਦਾ ਨਾਂ ਰੱਖਿਆ ਖੀਵੀ। ਜਦ ਮੈਂ ਘਰ ਪਹੁੰਚਦਾ ਹੈ, ਉਹ ਮੇਰੇ ਪਿਆਰ ਨਾਲ ਬਹੁਤ ਹੀ ਬਿਠਾ ਕੇ ਖਾਣਾ ਖਿਲਾਉਂਦੇ ਨੇ। ਉਹ ਕਹਿੰਦੇ ਨੇ ਕਿ ਤੁਸੀਂ, ਉਹ ਵੀ ਤੁਰਦੇ ਮੇਰੇ ਨਾਲ, ਬੱਚੇ ਵੀ ਕਦੇ ਕਦੇ ਮੇਰੇ ਨਾਲ ਹਰ ਥਾਂ ਤੇ ਪਹੁੰਚ ਜਾਂਦੇ ਨੇ। ਕਹਿਣ ਦਾ ਭਾਵ ਹੈ ਮੇਰੇ ਵਾਈਫ ਵੀ ਮੇਰਾ ਸਾਥ ਦਿੰਦੀ ਹੈ। ਉਹ ਬਹੁਤ ਹੀ ਨਿਮਰਤਾ ਨਾਲ ਉਹ ਸਮਝਦੀ ਹੈ। ਬਾਬਾ ਨਾਨਕ ਨੂੰ ਅਸੀਂ ਬਹੁਤ ਸਨਮਾਨ ਕਰਦੇ ਹਾਂ ਦੱਖਣ ਭਾਰਤ ਦੇ ਵਿੱਚ, ਸਾਡੇ ਇਲਾਕੇ ਦੇ ਵਿੱਚ। ਬਾਬਾ ਨਾਨਕ ਦੇ ਨਾਂ ਤੇ ਅਸੀਂ ਸਰ ਝੁਕਾਉਂਦੇ। ਉਹ ਮੇਰੇ ਵਾਈਫ ਵੀ ਬਹੁਤ ਹੀ ਸਤਿਕਾਰ ਕਰਦੀ ਹੈ। ਮੇਰੇ ਤੇ ਪ੍ਰਭੂ ਦੀ ਕਿਰਪਾ ਹੈ ਜੀ। ਮੈਂ ਤੁਹਾਨੂੰ ਪੰਡਤ ਜੀ ਕਹਿਣ ਦੀ ਗੁਸਤਾਖੀ ਕਰ ਲਿਆ, ਕਿਉਂਕਿ ਤੁਹਾਡਾ ਨਾਮ ਪੰਡਤ ਧਰਨੇਸ਼ਵਰ ਜੀ ਹੈ ਨਾ। ਜੀ ਜੀ। ਤੁਸੀਂ ਮੈਨੂੰ ਇਹ ਦੱਸਿਓ, ਗੱਲ ਘਰਦਿਆਂ ਦੀ ਕੀਤੀ ਸੀ ਮੈਂ, ਕਿਉਂਕਿ ਤੁਸੀਂ FIR ਦਰਜ ਕਰਾਈ, ਜਿਵੇਂ ਆਪ ਦੱਸਿਆ, ਕਈ ਗਾਹਕਾਂ ਦੇ ਖਿਲਾਫ, ਜਾਂ ਹਲੇ ਵੀ ਜਿਹੜਾ ਝੰਡਾ ਆ ਬਗਾਵਤ ਦਾ ਚੱਕੀ ਫਿਰਦੇ ਉਹਨਾਂ ਦੇ ਖਿਲਾਫ, ਤੁਹਾਨੂੰ ਕਦੇ ਗਾਇਕਾਂ ਵੱਲੋਂ ਧਮਕੀ, ਜਾਂ ਕਿਉਂਕਿ ਮਾਇਆਧਾਰੀ ਬੰਦੇ ਨੇ, ਕਿਸੇ ਅੰਡਰ ਦਾ ਟੇਬਲ ਦੀ ਕੋਈ ਆਫਰ ਆਈ ਹੋਵੇ? नहीं, कदे भी नहीं। धमकी तो बिल्कुल नहीं है। अच्छा जी। क्योंकि पंजाबी लोग बहुत समझदार होंगे ने जी जी, भावे कोई भी हो सर, पंजाबी लोग बहुत ही कमाल दे होंगे ने। उन्होंने पता है ये कर्नाटक तो आके उन्होंने माँ बोली सर ते रख के घूमता है। जी जी। वो मैनू प्यार करते है, सारे दे सारे प्यार करते है। गैंगस्टर भी मैनू लगता है कितने न कितने वो भी प्यार करते हैं। क्योंकि कदे भी कोई भी एक भी मेरे ते एक भी फोन नहीं आया, ना कहने दा भाव है धमकी नहीं आया। इसका भाव ये है कि कितने न कितने वो जी वही 35 लेके मैं घूमता है, उन्होंने मना विच ये आशा, ये मन विच विचार पैदा होता है कि ये साडी माँ बोली नूं सत्कार करता है। देखो महाराज, मैं गुरु गोबिंद सिंह महाराज नूं मनण वाला हाँ जी जी। जेकर तुसी गुरु गोबिंद सिंह महाराज दे राह ते चलोगे ना, उत्थे भय है ना उत्थे कोई वैरी है जी जी जी। उत्थे प्यार ही प्यार है। बिल्कुल, क्योंकि मेरे गुरु महाराज ने उस वक्त 35 अखर दे उच भी एक कविता लिखा सी कि मेरा हाल मुरीदा दा कहना मित्र प्यारे नु। देखो इन्नी सुंदर टंगड़ा, इन्नी सब कुछ खो जान तो बावजूद भी, सब कुछ 4 बच्चे नु खो जान तो बावजूद भी इन्हां दा वैरीपन है ही नहीं मेरे गुरु दे मन विच। वो प्रभु की लीला दे विच प्रभु की गुणगान करते हैं। इसलिए मैं पंजाबी की गुणगान करता है, दुनिया मैनू प्यार करता है, कोई वैरी नहीं, कोई दुश्मनी नहीं है, सारे मैनू सत्कार करते हैं। मैनू लगता है ये, इसलिए मैं हर एक पंजाबी का आभार हूँ, बहुत सम्मानजनक दा मैं सत्कार करता है। मैनू लगता है कितने न कितने उस बाबा नानक की मेहर मेरे ते हैं। वैसे सब ਤੁਹਾਡੀ ਬੇਟੀ ਦਾ ਜਿਵੇਂ ਤੁਸੀਂ ਨਾਂ ਦੱਸਿਆ ਬੀਬੀ ਖੀਵੀ ਆ, ਬੀਬੀ ਖੀਵੀ 8ਵੀਂ ਜਮਾਤ ਵਿੱਚ ਪੜ੍ਹਦੀ ਹੈ ਇਸ ਵੇਲੇ ਸਰਕਾਰੀ ਸਕੂਲ 'ਚ। ਤੁਹਾਡੀ ਬੱਚੀ ਜਿਵੇਂ ਤੁਸੀਂ ਦੱਸਿਆ ਸਾਰਾ ਕੁਝ ਅਨੁਸ਼ਾਸਨ ਵਿੱਚ ਆ, ਤੁਹਾਡੇ ਨਾਲ ਪੰਜਾਬੀ ਲਈ ਖੜਦੀ ਆ, ਬਾਹਰ ਆ ਕੇ ਵੀ ਵਿਖਾਵਿਆਂ ਵਿੱਚ। ਪਰ ਦੂਜੇ ਪਾਸੇ ਜਿਹੜੀ ਸਾਡੀ ਪੰਜਾਬੀ ਪੀੜ੍ਹੀ ਆ, ਇਹ ਕਿਸੇ ਹੋਰ ਵਹਿਣ 'ਚ ਬਹੀ ਹੋਈ ਆ। ਗੱਲ ਮੈਂ ਨਸ਼ਿਆਂ ਦੀ ਕਰ ਲਾਂ, ਗੱਲ ਮੈਂ ਫੈਸ਼ਨ ਦੀ ਕਰ ਲਾਂ, ਗੱਲ ਮੈਂ ਮਾਫੀਆ ਦੀ ਕਰ ਲਾਂ, ਗੱਲ ਆਪਾਂ ਕਹਿ ਲਈਏ ਗੈਂਗਸਟਰਾਂ ਦੀ ਗੱਲ ਕਰ ਲਈਏ। ਇਹ ਸਾਰੀ ਜਿਹੜੀ ਪੀੜ੍ਹੀ ਆ, ਬਹੁਤ ਵੱਡੀ ਗਿਣਤੀ ਦੇ ਲੋਕ ਪੰਜਾਬੀ ਆ, ਮੁੰਡੇ ਨੌਜਵਾਨ ਆ, ਇਹ ਜਾਂ ਕੁੜੀਆਂ ਵੀ ਆਪਾਂ ਚੰਡੀਗੜ੍ਹ ਦੀ ਗੱਲ ਹੈ, ਤੁਸੀਂ ਜਿਹੜੇ ਰਹਿੰਦੇ ਹੋ, ਇਹ ਇੱਕ ਉਲਟੇ ਬਹਿਣ 'ਚ ਬਹਿ ਰਹੇ ਆ। ਤੁਹਾਨੂੰ ਕਦੇ ਕਦੇ ਇਹ ਮਤਲਬ ਕਿੱਦਾਂ ਦੀ ਫੀਲਿੰਗ ਹੁੰਦੀ ਆ? ਤਰਸ ਆਉਂਦਾ ਜਾਂ ਤੁਹਾਨੂੰ ਲੱਗਦਾ ਇਹ ਕੁਰਾਹੇ ਪੈ ਗਏ? ਤੁਸੀਂ ਕੀ ਸੋਚਦੇ ਹੋ? हाँ, सोचना ये सोच तो साफ है महाराज। 35 अखर नाल दूर जाओगे, ਇਹੋ ਜਿਹਾ ਨਤੀਜਾ ਤੁਹਾਡੇ ਸਾਹਮਣੇ। ਅੱਛਾ, ਯੈਸ, ਬੁਨਿਆਦੀ ਇਹੀ ਹੈ ਮਹਾਰਾਜ। 35 ਅੱਖਰ ਨਾਲ ਟੁੱਟੋਗੇ, ਇਸ ਦਾ ਭਾਵ ਹੈ ਤੁਸੀਂ ਗੁਰੂਵਾਨੀ ਨਾਲ ਟੁੱਟ ਗਏ, ਜੜਾਂ ਨਾਲੋਂ ਟੁੱਟ ਗਏ ਤੁਸੀਂ। ਹਾਂ, ਜੜ ਹੈ ਉਹ 35 ਜੜ ਹੈ। 35 ਨਾਲ ਜੇ ਟੁੱਟ ਗਏ ਤੁਸੀਂ ਗੁਰੂਵਾਨੀ ਨਾਲ ਟੁੱਟ ਗਏ, ਗੁਰੂ ਗ੍ਰੰਥ ਸਾਹਿਬ ਨਾਲ ਦੂਰ ਚਲੇ ਗਏ। ਇਸ ਦਾ ਭਾਵ ਹੈ ਤੁਸੀਂ ਗਲਤ ਰਾਹ ਤੇ ਚੱਲ ਗਏ। ਇਸ ਲਈ ਸਾਡੇ ਬੱਚੇ ਤੇ, ਸਾਡੇ ਪੰਜਾਬ ਦੇ ਬੱਚੇ ਭਾਵੇਂ ਹਿੰਦੁਸਤਾਨ ਹੋਵੇ ਪਰ ਬਾਹਰ ਹੋਵੇ, वो कितने न कितने वो जड़ तो दूर जा रहे हैं। इसलिए मैं 35 सर ते रख के उन्होंने बिनती करता है 35 नाल जुड़ो। जे 35 नाल जुड़ोगे गुरुवाणी नाल आपे जुड़ जाओगे।
ਉਸ ਗੁਰੂ ਗ੍ਰੰਥ ਸਾਹਿਬ ਦੀ ਰਸ ਨੂੰ ਹਾਸਿਲ ਕਰੋਗੇ। ਜੇ ਗੁਰੂ ਗ੍ਰੰਥ ਸਾਹਿਬ ਦੀ ਇੱਕ ਵੀ ਬਾਣੀ ਤੁਹਾਡੇ ਜ਼ਿਹਨ ਵਿੱਚ ਆ ਜਾਵੇ, ਜ਼ਿੰਦਗੀ ਸੁਧਰ ਆ ਜਾਵੇ। ਜੇ ਮੇਰਾ ਬਾਬਾ ਨਾਨਕ ਆਖਦੇ ਨੇ, ਸੋ ਕਿਉ ਮੰਦਾ ਆਖੀਏ ਜਿੱਤ ਜਮੇ ਰਾਜਾਨ, ਉਸ ਔਰਤ ਨੂੰ ਤੁਸੀਂ ਕਿਵੇਂ ਕਮਜ਼ੋਰ ਬੋਲ ਸਕਦੇ ਹੋ ਜਿਸ ਔਰਤ ਨੇ ਰਾਜਾ ਨੂੰ ਵੀ ਪੈਦਾ ਕਰ ਦਿਏ। ਇਹ ਜੇਕਰ ਸਮਝ ਜਾਵੇ ਸਾਡੇ ਬੱਚੇ, ਗਲਤ ਗਾਣਾ ਸੁਣ ਹੀ ਨਹੀਂ ਸਕਦੇ ਹੋ। ਚੌਥਾ ਪੈਗ ਲਾ ਕੇ ਤੇਰੇ ਬਾਪ ਫੜੇ ਨਹੀਂ, ਇਹ ਗਾਣਾ ਉਹ ਹੋ ਹੀ ਨਹੀਂ ਸਕਦਾ YouTube ਤੇ, ਦੂਜੇ ਦਿਨ ਹੀ ਹਟਾਉਣਗੇ ਜਿਹੜੇ ਗਾਇਆ ਹੈ। ਮੈਨੂੰ ਲੱਗਦਾ ਹੈ ਕਿਤੇ ਨਾ ਕਿਤੇ ਸਾਡੇ ਬੱਚੇ ਤੇ ਬੁਰਾ ਅਸਰ ਕਰਨ ਵਾਲੇ ਇਹੋ ਜਿਹੇ ਗਾਇਕ ਲੋਕ ਵੀ ਜ਼ਿੰਮੇਦਾਰ ਨੇ। ਇਹਨਾਂ ਨੂੰ ਖੁਦ ਸਮਝਣ ਦੀ ਲੋੜ ਹੈ। ਚੰਗੇ ਗਾਣਾ ਗਾਓ, ਸਾਡੇ ਬੱਚੇ ਨੂੰ ਚੰਗੇ ਰਾਹ ਤੇ ਚਲਾਉਣ ਵਾਲੇ ਗਾਣਾ ਗਾਓ। ਜਿਹੜੇ ਗਲਤ ਗਾਣੇ ਨੇ YouTube ਤੇ ਹਟਾ ਦਿਓ, ਨਹੀਂ ਤਾਂ ਕੀ ਹੋਏਗਾ ਮਹਾਰਾਜ, ਇਹ ਜਿਹੜੇ ਪਾਪ ਹੈ, ਇਹ ਜਿਹੜੇ ਪਾਪ ਜੇ ਕਮਾਏ ਨੇ ਇਹ ਗਾਇਕ ਲੋਕ, ਇਹ ਨਤੀਜਾ ਇਹ ਹੋਏਗੀ ਇਹਨਾਂ ਨੂੰ ਕਿਤੇ ਨਾ ਕਿਤੇ ਕੋਈ ਨਾ ਕੋਈ ਸਜ਼ਾ ਨੈਚੁਰਲੀ ਮਿਲ ਜਾਣਾ। ਇਸ ਲਈ ਇੱਕੋ ਇੱਕ ਬੇਨਤੀ ਹੈ, ਸਾਡੇ ਬੱਚੇ ਦੀ ਜਿਹੜੀ ਬਹੁ ਕੇ ਆਉਣ ਵਾਲੀ ਜੋ ਸਾਡਾ ਪੀੜ੍ਹੀ ਹੈ, ਉਸ ਲਈ ਸਾਨੂੰ ਕੰਮ ਕਰਨ ਦੀ ਲੋੜ ਹੈ। ਤੁਹਾਡੇ ਕਦੇ ਮਨ 'ਚ ਤੁਹਾਨੂੰ ਵੈਸੇ ਭਾਸ਼ਾ ਵਿਭਾਗ ਨੇ ਇੱਕ ਵਾਰੀ ਅਵਾਰਡ ਤਾਂ ਦਿੱਤਾ ਸੀ 1 ਲੱਖ ਰੁਪਏ ਦਾ ਸ਼ਾਇਦ, ਜੀ ਤੁਹਾਡੇ ਕਦੇ ਮਨ 'ਚ ਹਿਰਖ ਨਹੀਂ ਆਇਆ ਕਿ ਪੰਜਾਬ ਸਰਕਾਰ ਨੇ ਤੁਹਾਡਾ ਮੁੱਲ ਨਹੀਂ ਪਾਇਆ ਜਾਂ ਤੁਹਾਡੀ ਮੁਹਿੰਮ ਨੂੰ ਅੱਗੇ ਤੋਰਨ ਲਈ ਕੋਈ ਹੈਲਪ ਨਹੀਂ ਕੀਤੀ? ਨਾ, ਪੰਜਾਬ ਸਰਕਾਰ ਨੇ ਜੋ ਮੇਰੇ ਤੇ ਮਿਹਰ ਕੀਤੀ ਹੈ 2015 ਦੇ ਵਿੱਚ, ਦੇਖੋ ਮਹਾਰਾਜ, ਸ਼ਿਰੋਮਣੀ ਪੁਰਸਕਾਰ ਅਵਾਰਡ ਮਿਲਣਾ, ਤੁਸੀਂ ਵੀ ਸ਼ਿਰੋਮਣੀ ਪੱਤਰਕਾਰ ਹੋ, ਬਹੁਤ ਵੱਡੇ ਪੱਤਰਕਾਰ, ਸ਼ਿਰੋਮਣੀ ਤੁਹਾਨੂੰ ਅਵਾਰਡ ਮਿਲਿਆ। ਮੈਨੂੰ ਵੀ ਸ਼ਿਰੋਮਣੀ ਵਿਸ਼ੇਸ਼ ਪੁਰਸਕਾਰ 1 ਲੱਖ ਰੁਪਏ ਨਾਲ ਮਿਲਣਾ, ਮੇਰੇ ਨਾ ਸਿਰਫ ਮੇਰੇ ਲਈ, ਮੇਰੇ ਕਰਨਾਟਕ ਦੇ 8 ਕਰੋੜ ਲੋਕਾਂ ਲਈ ਮਾਣ ਵਾਲੀ ਗੱਲ ਹੈ। ਜਦ ਇਹ ਅਵਾਰਡ ਦੇ ਬਾਰੇ ਕਰਨਾਟਕ ਲੋਕਾਂ ਤੱਕ ਪਹੁੰਚ ਗਿਆ, ਸਾਰੇ ਬੁੱਧੀਜੀਵੀ ਸਾਰੇ ਖੁਸ਼। ਉੱਥੇ ਜਿੰਨੇ ਵੀ ਗਿਆਨਪੀਠ ਪੁਰਸਕਾਰ ਬਹੁਤ ਬੈਠੇ ਨੇ, 8 ਗਿਆਨਪੀਠ ਪੁਰਸਕਾਰ ਮਿਲ ਚੁੱਕੇ ਨੇ ਕੰਨੜ ਭਾਸ਼ਾ ਲਈ। ਹੁਣ 3 ਜਿਉਂਦੇ ਨੇ, 5 ਤਾਂ ਨਹੀਂ ਹੈ ਦੁਨੀਆ ਦੇ ਵਿੱਚ। ਸਾਰੇ ਖੁਸ਼, ਭਾਵੇਂ ਉਸ ਵਕਤ ਦੇ ਗਿਰੀਸ਼ ਕਾਰਨਾਡ ਹੋਵੇ, ਚੰਦਰ ਸ਼ੇਖਰ ਕੰਬਾਰ ਹੋਵੇ, ਸਾਰੇ ਖੁਸ਼ ਹੋਏ ਗਏ ਸਨ। ਤੁਹਾਨੂੰ ਕਦੇ ਐ ਨਹੀਂ ਲੱਗਦਾ ਕਿ ਤੁਸੀਂ ਇਕੱਲੇ ਹੀ ਡਟੇ ਹੋਏ ਹੋ? ਇਹ ਬਸ ਬੜੇ ਛੋਟੇ ਛੋਟੇ ਸਵਾਲ ਹੈ, ਹਾਂ ਜਾਂ ਨਾ ਵਿੱਚ। ਦੱਸੋ। ਇਕੱਲੇ ਨਹੀਂ ਮਹਾਰਾਜ, ਅੱਛਾ ਜੀ, ਵਹੀ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਤੁਸੀਂ ਸਿਧਾਂਤ ਨੂੰ ਸਮਝੋਗੇ, ਚੰਗੇ ਰਾਹ ਤੇ ਚੱਲਣ ਵਾਲੇ, ਇਨਸਾਨੀਅਤ ਦੇ ਰਾਹ ਤੇ ਚੱਲਣ ਵਾਲੇ ਇਕੱਲੇ ਨਹੀਂ ਹੋ ਸਕਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੋਚ ਦੇ ਵਿੱਚ ਚੰਗੇ ਰਾਹ ਤੇ ਚੱਲਣ ਵਾਲੇ 1.25 ਲੱਖ ਦੇ ਬਰਾਬਰ ਹੁੰਦੇ ਨੇ। ਉਹ 1.25 ਲੱਖ ਦੀ ਸ਼ਕਤੀ ਮੇਰੇ ਕੋਲ ਮੈਂ ਹੈ, ਉਹ 1.25 ਲੱਖ ਦੇ ਲੋਕ ਪਿੱਛੇ ਮੈਂ ਹੋਣ ਦਾ ਮਹਿਸੂਸ ਮੈਂ ਕਰਦਾ ਹੈ ਜੀ। ਬੜੀ ਤੁਹਾਡੀ ਖਾਸੀਅਤ ਆ, ਗ੍ਰੇਟਨੈਸ ਆ। ਮੈਂ ਇੰਨਾ ਪੁੱਛਦਾ ਸੀ, ਕਦੇ ਜਦੋਂ ਤੁਸੀਂ ਖੜੇ ਹੁੰਦੇ ਹੋ ਲੈ ਕੇ ਉਹ ਆਪਣੇ ਸਿਰ ਤੇ ਇਹ ਬੋਰਡ ਫਲੈਕਸ, ਜਦੋਂ ਲੋਕ ਤੁਹਾਡੇ ਕੋਲ ਦੀ ਜਿਹੜੇ ਪੰਜਾਬੀ ਲੋਕ ਜਿਨ੍ਹਾਂ ਲਈ ਤੁਸੀਂ ਲੜਦੇ ਹੋ, ਉਹ ਪਾਸਾ ਵੱਟ ਕੇ ਲੰਘਦੇ, ਤੁਹਾਡੇ ਮਨ 'ਚ ਕੋਈ ਹਿਰਖ ਆਉਂਦਾ, ਹਾਂ ਜਾਂ ਨਾ? ਨਾ, ਇਹ ਕੁਝ ਲੋਕ ਤਾਂ ਮੇਰੇ ਗਲੋਕੜ 'ਚ ਲੈ ਕੇ ਰੋਂਦੇ ਮਹਾਰਾਜ, ਉਹਨਾਂ ਦੇ ਅੱਖਾਂ ਵਿੱਚ ਮੈਂ ਹੰਝੂ ਦੇਖਿਆ ਹੈ। ਉਹ ਕਹਿੰਦੇ ਨੇ ਕਿ ਮੇਰੀ ਮਾਂ ਬੋਲੀ ਨੂੰ ਤੂੰ ਸਰ ਤੇ ਰੱਖ ਕੇ ਘੁੰਮਦਾ ਹੈ, ਖੜ ਗਿਆ, ਇਹ ਨਹੀਂ ਛੱਡਣਾ, ਅਸੀਂ ਨਹੀਂ ਕਰ ਸਕੇ, ਤੁਸੀਂ ਕਰਦੇ ਪਏ ਹੋ। ਉਹਨਾਂ ਦੇ ਅੱਖਾਂ ਵਿੱਚ ਹੰਝੂ ਦੇਖਿਆ ਮਹਾਰਾਜ, ਬਾਹਕ ਹੋ ਜਾਂਦੇ ਨੇ ਉਹ, ਕਿਉਂਕਿ ਇਹ ਭਾਸ਼ਾ ਦੀ ਗੱਲ ਹੈ, ਉਹਨਾਂ ਦੀ ਮਾਂ ਬੋਲੀ ਦੀ ਗੱਲ ਹੈ। ਉਹ ਮੈਨੂੰ ਪਿਆਰ ਕਰਦੇ, ਗਲਵਕੜੇ 'ਚ ਲੈ ਕੇ ਫੋਟੋ ਲੈ ਕੇ ਬਹੁਤ ਹੀ ਪਿਆਰ ਨਾਲ ਗੱਲਬਾਤ ਕਰਕੇ ਕਰਦੇ ਨੇ, ਕੋਈ ਗੁੱਸਾ ਕੋਈ ਵੀ ਨਹੀਂ ਕਰਦੇ, ਸਾਰੇ ਪਿਆਰ ਕਰਦੇ ਨੇ। ਪ੍ਰਸਾ ਸੱਚੀ ਧੁਰ ਅੰਦਰੋਂ ਮੈਂ ਕਹਿੰਦਾ, ਮੇਰਾ ਦਿਲ ਕਰਦਾ ਤੁਹਾਡੇ ਨਾਲ ਗੱਲਾਂ ਐਂ ਹੀ ਕਰੀ ਜਾਵਾਂ, ਪਰ ਜਿਹੜਾ ਸਮਾਂ ਆ ਉਹ ਇਜਾਜ਼ਤ ਨਹੀਂ ਦਿੰਦਾ। ਭਾਈ ਵੀਰ ਸਿੰਘ ਨੇ ਵੀ ਕਿਹਾ ਸੀਗਾ, ਫੜ ਰਹੀ ਤਰੀਕ ਸਮੇਂ ਨੇ ਇੱਕ ਨਾ ਮੰਨੀ। ਇਹ ਸੋ ਜਿਹੜਾ ਸਮਾਂ ਆ ਇਹ ਕਿਸੇ ਨੇ ਲਿਹਾਜ਼ ਨਹੀਂ ਕਰਦਾ ਹੈਗਾ। ਪਰ ਦਰਸ਼ਕੋ, ਮੈਂ ਤੁਹਾਨੂੰ ਇਹ ਦੱਸ ਦਿੰਦਾ ਕਿ ਪ੍ਰੋਫੈਸਰ ਸਾਹਿਬ ਅੰਦਰ ਇੱਕ ਰੂਹਾਨੀ ਸ਼ਕਤੀ ਆ। ਬਗੈਰ ਰੂਹਾਨੀ ਸ਼ਕਤੀ ਤੋਂ ਇਹ ਮਹਿਸੂਸ ਨਹੀਂ ਕੀਤਾ ਜਾ ਸਕਦਾ ਕਿ ਗੁਰੂ ਗੋਬਿੰਦ ਸਿੰਘ ਜੀ ਤਰ੍ਹਾਂ 10-1.25 ਲੱਖ ਜਿਹੜੇ ਸ਼ਕਤੀ ਆ ਲੋਕਾਂ ਦੀ, ਉਹਨਾਂ ਦੇ ਪਿੱਛੇ ਖੜੀ ਆ। ਸੋ ਪ੍ਰੋਫੈਸਰ ਸਾਹਿਬ ਨੇ ਜਿਹੜਾ ਇੱਕ ਸ਼ੁਭ ਕਾਰਜ ਆਰੰਭਿਆ ਹੋਇਆ, ਅਸੀਂ ਹਮਦਰਦ ਪਰਿਵਾਰ ਇਹ ਅਰਦਾਸ ਕਰਦੇ ਹਾਂ ਕਿ ਇਹ ਇਸੇ ਰਾਹ ਤੁਰਦੇ ਰਹਿਣ। ਪਰ ਸਾਡੀ ਅਰਦਾਸ ਨਾਲ ਇਹ ਵੀ ਆ ਕਿ ਜਿਸ ਕਾਰਜ ਲਈ ਇਹ ਤੁਰੇ ਆ ਉਹ ਕਾਰਜ ਪੂਰਾ ਹੋਵੇ, ਅਤੇ ਲੋਕ ਜਿਨ੍ਹਾਂ ਦੇ ਕੰਨਾਂ ਤੱਕ ਗੱਲ ਪਹੁੰਚਾਉਣੇ ਚਾਹੁੰਦੇ ਆ, ਜਿਨ੍ਹਾਂ ਨੂੰ ਇਹ ਹਲੂਣਾ ਦੇਣਾ ਚਾਹੁੰਦੇ ਆ, ਉਹ ਝੰਜੋੜੇ ਜਾਣ। ਸੋ ਇਹਦੇ ਨਾਲ ਹੀ ਮੈਂ ਤੁਹਾਡੇ ਤੋਂ ਲੈਂਦਾ ਇਜਾਜ਼ਤ। ਤੁਸੀਂ ਦੇਖਦੇ ਰਹੋ ਹਮਦਰਦ TV। ਪ੍ਰੈਸ ਸਾਹਿਬ ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ, ਧੰਨਵਾਦ। ਸ਼ੁਕਰੀਆ।